मोदी सरकार द्वारा अज जिहड़ी MSP अनाउंस की गई है वो 12 सालों अगर देखा जाए सब तो घट 2% भाव 40 रुपये वाधा किया गया है। अप्रैल 2020 दे विच डीजल का रेट 63 रुपये प्रति लीटर सी, मौजूदा दर 92 रुपये प्रति लीटर, यानी कि जिहड़ी लागत वधी है वो डीजल के उत्ते कल्ले 48% एक साल दे विच। मैनूं नहीं लगता कि जदों देश आज़ाद होया किसी एक साल दे विच 30 रुपये डीजल वधिया होवे। सदा ही चर्चा ਦੇ ਵਿੱਚ ਰਹਿਣ ਵਾਲੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਸ਼ਬਦੀ ਤੀਰ ਦਾਗੇ ਨੇ, ਪਰ ਇਸ ਵਾਰ ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਨਹੀਂ, ਆਪਣੀ ਹੀ ਸਰਕਾਰ ਦਾ ਕੋਈ ਹੋਰ ਆਗੂ नहीं, सगों मोदी सरकार ਦੇ ਉੱਤੇ ਇਹ ਨਿਸ਼ਾਨਾ ਸਾਧਿਆ ਗਿਆ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਜਿਹੜਾ MSP ਦੇ ਵਿੱਚ ਹਾਲ ਹੀ ਦੇ ਵਿੱਚ ਵਾਅਦਾ ਕੀਤਾ ਗਿਆ, ਕੱਲ੍ਹ ਦੀ ਤਰੀਕ 'ਚ ਜੋ ਵਾਅਦੇ ਕੀਤੇ ਗਏ ਸੀ ਉਹ ਬਿਲਕੁਲ ਝੂਠੇ ਨੇ, ਉਲਟਾ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਕੀਤੀ ਗਈ ਹੈ। ਯਾਨੀ ਕਿ ਜੇ ਤੁਸੀਂ ਕਣਕ ਦੇ ਉੱਤੇ 40 ਰੁਪਏ MSP ਵਧਾ ਵੀ ਦਿੰਦੇ ਹੋ ਤਾਂ ਗਰੋਥ परसेंटेज सिर्फ 2% ਦੀ ਹੁੰਦੀ ਹੈ, ਜਦ ਕਿ ਜੇ ਖਰਚਿਆਂ ਵੱਲ ਵੇਖਿਆ ਜਾਵੇ ਤਾਂ ਡੀਜ਼ਲ ਤੇ DAP ਦੇ ਵਿੱਚ 140% ਤੱਕ ਦਾ ਵਾਧਾ ਹੋ ਚੁੱਕਿਆ। ਸੋ ਇਹ ਮਾਰ ਜਿਹੜੀ ਆ ਸਿੱਧੇ ਤੌਰ ਤੇ ਕਿਸਾਨਾਂ ਨੂੰ ਪੈ ਰਹੀ ਹੈ, ਪਰ ਸਰਕਾਰ ਹੱਲੇ ਵੀ ਜੁਮਲੇਬਾਜ਼ੀਆਂ ਦੇ ਵਿੱਚ ਲੱਗੀ ਹੋਈ ਹੈ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਇਹ ਉਹੀ ਸਰਕਾਰ ਹੈ ਜੋ ਸਿਰਫ ਕਿਸਾਨਾਂ ਦੀ ਫਿਕਰ ਨਹੀਂ ਕਰਦੀ, ਜੇ ਫਿਕਰ ਕਰਦੀ ਹੈ ਤਾਂ ਉਹਨਾਂ ਨੂੰ ਫਿਕਰ ਆਉਂਦੀ ਹੈ ਸਿਰਫ ਕਾਰਪੋਰੇਟ ਘਰਾਣਿਆਂ ਦੀ, ਪੂੰਜੀਵਾਦੀਆਂ ਦੀ, ਜਿਨ੍ਹਾਂ ਦੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਨੇ, ਜਿਨ੍ਹਾਂ ਦੇ ਘਰੇ ਬਹਿ ਕੇ ਇਹ डिनर करते हैं तो उत्थे डिनर टेबल ते बैठ के नीतियां घड़ियां जांदियां ने, जिन्हां दा असर किसानां ते हुंदा है। तुसीं खुद सुनो नवजोत सिंह सिद्धू दे ये बोल। प्यारे पंजाबी, मोदी सरकार कहती है कि वो किसानां दी आमदन दुगना करना चाहती है, पर खेतीबाड़ी मंत्री श्री नरेंद्र तोमर अनुसार उन्हां दे मंत्रालय दे कोल किसानां दी वित्ती स्थिति दर्शाउंदा कोई आंकड़ा उपलब्ध नहीं। ये उन्हां दी पार्लीमेंट दी स्टेटमेंट है भाई। अजिहा आखिरी सर्वेखण मनमोहन सिंह सरकार द्वारा किया गया सी। जेकर तुहाडे कोल किसानां दी वित्ती स्थिति बारे कोई जानकारी नहीं जां आंकड़ा नहीं तां तुसीं किसानां दी आमदन दुगणी करन दा जुमला छड्ड के ये खेती कानून किवें बनाए, ये वड्डा सवाल है। तुसीं अंबानी ते अडानी वर्गे कॉरपोरेटां बारे सब कुछ जानते हो, जिन्हां दे हवाई जहाज़ां दे विच तुसीं घुमदे हो, ਜਿਹੜੇ ਤੁਹਾਡੀ ਕੰਪੇਨ ਰਨ ਕਰਦੇ ਆ, ਹਰ ਆંકੜਾ ਉਹਨਾਂ ਬਾਰੇ ਤੁਹਾਨੂੰ ਪਤਾ ਹੈ। ਨਿਰਮਾਣ ਅਤੇ ਸੇਵਾ ਖੇਤਰ ਪਹਿਲਾਂ ਹੀ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਹੈ। ਹੁਣ ਤੁਹਾਡੀ ਨਜ਼ਰ ਖੇਤੀਬਾੜੀ ਖੇਤਰ ਤੇ ਹੈ, ਜੋ ਇਸ ਸਮੇਂ ਸਭ ਤੋਂ ਵੱਧ ਲਾਹੇਵੰਦ ਧੰਦਾ ਹੈ। 2022 ਉਹ ਸਨ ਹੈ ਜਿੱਥੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ वायदा किया सी। मोदी सरकार द्वारा अज जिहड़ी MSP अनाउंस की गई है वो 12 सालों अगर देखा जाए सब तो घट 2% भाव 40 रुपये वाधा किया गया है। हुण मैं लागत ते आउणा, जदों तुसीं लागत नूं देखदे हो तो अप्रैल 2020 दे विच डीजल का रेट 63 रुपये प्रति लीटर सी, मौजूदा दर 92 रुपये प्रति लीटर, यानी कि जिहड़ी लागत वधी है वो डीजल के उत्ते कल्ले 48% एक साल दे विच। मैनूं नहीं लगता कि जदों देश आज़ाद होया किसी एक साल दे विच 30 रुपये डीजल वधिया होवे। जदों सरदार मनमोहन सिंह की सरकार सी 2014 च और मोदी सरकार आई है तो डीजल के रेट 50 तो थोड़े जिहे उत्ते 53 रुपये सी। ਹੁਣ ਸਰੋਂ ਦੇ ਤੇਲ ਦੇ ਉੱਤੇ ਆਨੇ ਆ ਔਰ ਇਹ ਸਾਰੀਆਂ ਲਾਗਤਾਂ ਨੇ ਜਿਹੜੀਆਂ ਕਿਸਾਨ ਦੇ ਉੱਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਪੈਂਦੀਆਂ ਨੇ। ਸਰੋਂ ਦਾ ਤੇਲ 174% ਮਹਿੰਗਾ ਇੱਕ ਸਾਲ ਦੇ ਵਿੱਚ, ਹੈਰਾਨੀ ਜੋ। DAP 140% ਮਹਿੰਗਾ ਖਾਦ। ਸੂਰਜਮੁਖੀ ਦਾ ਤੇਲ 170% ਮਹਿੰਗਾ ਇੱਕ ਸਾਲ ਦੇ ਵਿੱਚ। LPG ਦਾ ਸਿਲੰਡਰ ਵੀਰੋ 9 ਮਹੀਨਿਆਂ ਦੇ ਵਿੱਚ 190 ਰੁਪਏ ਦਾ ਵਾਧਾ। ਜਿਸ ਅਨੁਪਾਤ ਦੇ ਨਾਲ ਵਸਤਾਂ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈ ਕਿ ਕਿਸਾਨਾਂ ਦੀ ਆਮਦਨ ਦੇ ਵਿੱਚ ਉਸੇ ਅਨੁਸਾਰ ਦੇ ਨਾਲ ਵਾਧਾ ਹੋਇਆ। ਦਰਅਸਲ ਇਹ ਤਿੰਨ ਖੇਤੀ ਕਾਨੂੰਨ
ਅੰਬਾਨੀ ਅਤੇ ਅਡਾਨੀ ਨੂੰ ਮੁਨਾਫਾ ਦੇਣ ਦੇ ਲਈ ਲਿਆਂਦੇ ਗਏ ਹੈ ਔਰ ਇਹੀ ਅਸਲ ਸੱਚ ਹੈ। 90% ਆਬਾਦੀ ਨੂੰ ਨਜ਼ਰਅੰਦਾਜ਼ ਕਰਕੇ, ਜਿਹਦੇ 'ਚ ਕਿਸਾਨ, ਮਜ਼ਦੂਰ ਤੇ ਛੋਟੇ ਵਪਾਰੀ ਆਉਂਦੇ। ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ 2 ਕੇਸ ਦੱਸਦਾ ਕਿ ਉਹ ਕਿਵੇਂ ਕਾਰਪੋਰੇਟ ਏਕਾਧਿਕਾਰ ਮੋਨੋਪੋਲੀ ਬਣਾਉਣ ਦੇ ਲਈ ਕਾਨੂੰਨ ਅਤੇ ਨੀਤੀਆਂ ਨੂੰ ਮਰੋੜ ਕੇ ਵੱਧ ਤੋਂ ਵੱਧ ਮੁਨਾਫਾ ਅੰਬਾਨੀ ਤੇ ਅਡਾਨੀ ਨੂੰ ਦਿੱਤਾ ਜਾਂਦਾ ਹੈ। ਨੰਬਰ 1, ਹਿਮਾਚਲ ਪ੍ਰਦੇਸ਼ ਦਾ 5000 ਕਰੋੜ ਦਾ ਐਪਲ ਬਾਜ਼ਾਰ। ਵੱਡਾ ਮਗਰਮੱਛ ਅਡਾਨੀ ਐਗਰੀ ਫਰੈਸ਼ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ APMC ਮੰਡੀ ਨਾਲੋਂ ਵੱਧ ਰੇਟ ਦੇ ਆਕਰਸ਼ਣ ਦੇ ਕੇ ਆਪਣੇ ਵੱਲ ਲੁਭਾਉਂਦਾ ਸੀ। ਖਰੀਦ ਦੇ ਵਿੱਚ ਜ਼ਿਆਦਾ ਰੇਟ ਦੇ ਕੇ ਕਿਸਾਨ ਉਹਦੇ ਵੱਲ ਆਕਰਸ਼ਿਤ ਹੋਏ ਤੇ ਕੁਝ ਹੀ ਅਰਸੇ ਬਾਅਦ ਜਦੋਂ ਛੋਟੇ ਵਪਾਰੀ ਮਰ ਗਏ ਤੇ ਅਡਾਨੀ ਸਾਹਿਬ ਨੇ 12 ਤੋਂ 72 ਰੁਪਏ ਰੇਟ ਸਿੱਟਾ ਮੋਨੋਪੋਲੀ ਬਣਾ ਕੇ, ਤੇ ਉਹੀ ਅੱਗੇ 250 ਰੁਪਏ ਤੋਂ ਵੱਧ ਪ੍ਰਤੀ ਕਿਲੋ ਦੀ ਦਰ ਦੇ ਨਾਲ ਵੇਚਿਆ। ਕਿਸਾਨਾਂ ਨੂੰ ਅਡਾਨੀ ਕਲੈਕਸ਼ਨ ਸੈਂਟਰ ਤੱਕ ਪਹੁੰਚਾਉਣ ਦੇ ਲਈ ਉਤਪਾਦਾਂ ਦੀ ਪੈਕਿੰਗ ਅਤੇ ਆਵਾਜਾਈ ਦਾ ਖਰਚ ਵੀ ਦੇਣਾ ਪੈਂਦਾ ਹੈ। ਕਿਸਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤੇ ਬਿਨਾ ਅਡਾਨੀ ਸਮੂਹ ਮਨਮਰਜ਼ੀ ਆਰਬਿਟਰੇਰੀ ਤਰੀਕੇ ਦੇ ਨਾਲ ਸੇਬ ਦੀ ਕੀਮਤ ਨਿਰਧਾਰਿਤ ਕਰਦਾ ਹੈ, ਜਦਕਿ APMC ਦੇ ਵਿੱਚ ਸਾਡੀਆਂ ਜਿਹੜੀਆਂ APMC ਦੀਆਂ ਮੰਡੀਆਂ ਦੇ ਵਿੱਚ ਅੱਜ ਵੀ ਕਿਸਾਨ ਨੂੰ 90 ਤੋਂ 125 ਰੁਪਏ ਪ੍ਰਤੀ ਕਿਲੋ ਪ੍ਰਾਪਤ ਹੁੰਦੇ ਨੇ। ਅਡਾਨੀ ਸਮੂਹ ਨੂੰ ਮੋਦੀ ਸਰਕਾਰ ਵੱਲੋਂ ਨਿਯੰਤਰਿਤ ਮਾਹੌਲ CA ਵਿੱਚ ਕੋਲਡ ਸਟੋਰਾਂ ਸਬਸਿਡੀ ਦਰਾਂ ਦੇ ਸਥਾਪਿਤ ਕਰਨ ਦੇ ਲਈ ਜ਼ਮੀਨ ਸਸਤੀ ਦਿੱਤੀ ਗਈ ਅਤੇ ਸਰਕਾਰ ਵੱਲੋਂ 75% ਸਬਸਿਡੀ ਪ੍ਰਾਪਤ ਕਰਨ ਲਈ ਨੀਤੀ ਨੂੰ ਹੀ ਤੋੜ ਮੋੜ ਦਿੱਤਾ ਗਿਆ। ਬਾਕੀ 25% ਬੈਂਕਾਂ ਤੋਂ ਲੈ ਕੇ ਬਿਨਾਂ ਕੁਝ ਖਰਚੇ ਅਡਾਨੀ ਸੇਬਾਂ ਦੀ ਮਾਰਕੀਟ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਔਰ ਹਰ ਨੀਤੀ ਇਹਨਾਂ ਦੇ ਮੁਨਾਫੇ ਦੇ ਲਈ ਬਣਾਈ ਜਾਂਦੀ ਹੈ। ਨੰਬਰ 2, ਸਰੋਂ ਦਾ ਤੇਲ। ਜਿਨ੍ਹਾਂ ਨਿਯਮਾਂ ਦੀ ਸਿਫਾਰਿਸ਼ FSSAI ਨੇ ਕੀਤੀ ਹੈ ਉਹਨਾਂ ਵਿੱਚ ਸ਼ਾਮਿਲ ਹੈ ਕਿ ਬਹੁ ਸਰੋਤ ਖਾਣ ਵਾਲੇ ਤੇਲ ਨੂੰ ਖੁੱਲਾ ਨਾ ਵੇਚਿਆ ਜਾਏ। ਇਹ ਨਿਰਦੇਸ਼ ਜਾਰੀ ਕੀਤੇ ਗਏ। ਪਹਿਲਾਂ ਤੁਸੀਂ ਦੇਖਿਆ ਹੋਣਾ ਕਿਸਾਨ ਵੀਰ ਖੁੱਲਾ ਸਰੋਂ ਦਾ ਤੇਲ ਵੇਚਦੇ ਵੀ ਸੀ, ਕਢਾਉਂਦੇ ਵੀ ਸੀ, ਘਰ ਨੂੰ ਵੀ ਲਿਜਾਂਦੇ ਸੀ। ਸਿਰਫ AG ਮਾਰਕ ਦੇ ਅਧੀਨ ਵਿਕਰੀ ਹੋਵੇਗੀ, ਇਹ ਨਿਰਦੇਸ਼ ਜਾਰੀ ਕੀਤਾ। ਪਿਛਲੇ ਸਾਲ ਸਰੋਂ ਦੇ ਤੇਲ ਦੀ ਮੰਗ ਅਤੇ ਸਪਲਾਈ ਇੱਕ ਸਮਾਨ ਸੀ। ਸਪਲਾਈ ਵੀ ਉਨੀ ਸੀ ਤੇ ਡਿਮਾਂਡ ਵੀ ਉਨੀ ਸੀ, ਇਹਦੇ 'ਚ ਕੋਈ ਫਰਕ ਨਹੀਂ ਪਿਆ। ਫਿਰ ਵੀ ਸਰੋਂ ਦੇ ਤੇਲ ਦੀ ਕੀਮਤ 174% ਵਧੀ ਇੱਕ ਸਾਲ ਦੇ ਵਿੱਚ। ਮੂੰਗਫਲੀ ਦੇ ਤੇਲ ਦੀ ਕੀਮਤ 180% ਵਧੀ ਇੱਕ ਸਾਲ ਦੇ ਵਿੱਚ। ਹੁਣ ਅਡਾਨੀ ਇਲਮਾਰ ਸਮੂਹ ਨੇ ਬਾਜ਼ਾਰ ਵਿੱਚ 4,500 ਕਰੋੜ ਰੁਪਏ ਇਕੱਠੇ ਕਰਨ ਲਈ ਆਪਣਾ ਪਹਿਲਾ IPO ਲਾਂਚ ਕਰ ਦਿੱਤਾ ਹੈ। ਮਤਲਬ ਲੋਕਾਂ ਤੋਂ ਪੈਸੇ ਲਊਗਾ ਬਗੈਰ ਆਪਣਾ ਇੱਕ ਵੀ ਪੈਸਾ ਲਾਏ। ਜੇ ਘਾਟਾ ਤੇ ਲੋਕਾਂ ਦਾ, ਜੇ ਵਾਧਾ ਤੇ ਅੰਬਾਨੀ ਸਾਹਿਬ ਦਾ। ਮਾਲ ਲੋਕਾਂ ਦਾ, ਮਸ਼ਹੂਰੀ ਅਡਾਨੀ ਦੀ ਕੰਪਨੀ ਦੀ। ਇਸੇ ਤਰ੍ਹਾਂ ਉਹਨਾਂ ਨੇ ਖੇਤੀ ਖੇਤਰ ਵਿੱਚ ਅੰਬਾਨੀ ਤੇ ਅਡਾਨੀ ਦਾ ਮੋਨੋਪੋਲੀ ਕਾਇਮ ਕਰਨ ਦੇ ਲਈ 3 ਖੇਤੀ ਕਾਨੂੰਨ ਲਿਆਂਦੇ। ਇਹਨਾਂ ਖੇਤੀ ਕਾਨੂੰਨਾਂ ਨੂੰ ਸਮਝਣ ਦੇ ਲਈ ਸਾਨੂੰ 2014 ਵਿੱਚ ਵਾਪਸ ਜਾਣਾ ਪਵੇਗਾ। ਅਗਸਤ 2014 ਸ਼ਾਂਤਾ ਕੁਮਾਰ ਦੀ ਕਮੇਟੀ ਦੀ ਮੀਟਿੰਗ ਕੀ ਰეკਮੈਂਡ ਕਰਦੀ ਹੈ? 4 ਰეკਮੈਂਡੇਸ਼ਨ। ਪਹਿਲਾ, ਪ੍ਰਾਈਵੇਟ ਖਿਡਾਰੀਆਂ ਨੂੰ ਖੇਤੀ ਉਤਪਾਦਨ ਦੀ ਖਰੀਦ ਪ੍ਰਕਿਰਿਆ ਦੇ ਵਿੱਚ ਲਿਆਉਣ ਲਈ FCI ਸਾਰੇ ਖਰੀਦ ਕਾਰਜ ਛੱਡੇ। 2, ਜੇ ਰਾਜ ਸਰਕਾਰ ਦੁਆਰਾ MSP ਦੇ ਉੱਤੇ ਕੋਈ ਬੋਨਸ ਦਿੱਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਕੇਂਦਰੀ ਪੂਲ ਹੇਠਾਂ ਉਸ ਦਾ ਅਨਾਜ ਸਵੀਕਾਰ ਨਹੀਂ ਕਰੇਗੀ। ਇਹ ਬਲੈਕਮੇਲ ਸੀ। ਤੀਜਾ, FCI ਨੂੰ ਸਟੋਰ ਕਰਨ ਦਾ ਕੰਮ ਨਿੱਜੀ ਖਿਡਾਰੀਆਂ ਯਾਨੀ ਅਡਾਨੀ ਨੂੰ ਆਊਟਸੋਰਸ ਕਰਨਾ ਚਾਹੀਦਾ ਹੈ। ਰਿਕਮੈਂਡੇਸ਼ਨ ਹੈ। ਚੌਥੀ, ਕਮੇਟੀ ਸੁਝਾਅ ਦਿੰਦੀ ਹੈ ਕਿ ਕੇਂਦਰ ਨੂੰ PDS ਸਿਸਟਮ ਦੇ ਅਧੀਨ ਜਿਹੜਾ 67% ਗਰੀਬ ਸਬਸਿਡਾਈਜ਼ ਰੇਟ ਦੇ ਉੱਤੇ ਫੂਡ ਸਿਕਿਉਰਿਟੀ ਦੇ ਤਹਿਤ ਖਾਣਾ ਅੰਨ ਪਾਣੀ ਲੈਂਦਾ ਸੀ, ਉਹਦੀ ਆਬਾਦੀ ਨੂੰ ਮੁੜ ਵਿਚਾਰ ਕੇ 40% ਘਟਾ ਕੇ
27% ਲੋਕਾਂ ਨੂੰ ਗਰੀਬੀ ਰੇਖਾ ਵਾਲਿਆਂ ਨੂੰ ਇਹ ਜਿਹੜਾ ਪੀਡੀਐਸ ਮਿਲਦਾ ਹੈ ਇਹ ਬੰਦ ਕੀਤਾ ਜਾਵੇ। ਇਹਦਾ ਨਾ ਕੋਈ ਆંકੜਾ ਹੈ, ਨਾ ਕੋਈ ਰਿਕਾਰਡ ਹੈ ਤੇ ਨਾ ਕੋਈ ਫਿਗਰਸ ਨੇ ਜਿਸ ਤਹਿਤ ਇਹ ਪਤਾ ਲੱਗੇ ਕਿ ਕੌਣ ਅਮੀਰ ਹੈ ਤੇ ਕੌਣ ਗਰੀਬ ਹੈ। ਇਹਦਾ ਕੋਈ ਰਿਕਾਰਡ। ਨੰਬਰ 5, ਇਹਨਾਂ ਸਿਫਾਰਿਸ਼ਾਂ ਨੂੰ ਪੜ੍ਹੋ ਅਤੇ ਇਸ ਦੀ ਤੁਲਨਾ ਮੌਜੂਦਾ ਖੇਤੀ ਕਾਨੂੰਨਾਂ ਅਤੇ FCI ਦੀ ਹਾਲਤ ਦੇ ਨਾਲ ਕਰੋ। ਇਹਨਾਂ ਸਿਫਾਰਿਸ਼ਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਭਾਗ 1 ਤੋਂ 3 ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਉਹ ਰਿਟੇਲ ਬਾਜ਼ਾਰ ਨੂੰ, ਪਰਚੂਨ ਬਾਜ਼ਾਰ ਨੂੰ ਨਿਯੰਤਰਣ ਕਰਨ ਲਈ ਸਟੋਰੇਜ, ਪ੍ਰੋਕਿਉਰਮੈਂਟ ਅਤੇ ਪ੍ਰਬੰਧਨ, ਭੰਡਾਰਨ, ਖਰੀਦ ਅਤੇ ਲੌਜਿਸਟਿਕਸ ਦੇ ਨਾਲ ਸੰਬੰਧਿਤ ਹੈ। ਭਾਗ B, ਚੌਥੀ ਸਿਫਾਰਿਸ਼ ਰਿਟੇਲ ਬਾਜ਼ਾਰ ਦੇ ਨਿਯੰਤਰਣ ਦੇ ਨਾਲ ਸੰਬੰਧਿਤ ਹੈ ਕਿ ਪਰਚੂਨ ਦੇ ਵਿੱਚ ਜਿੱਥੇ ਜਿੱਥੇ ਸਮਾਨ ਵਿਕਦਾ ਹੈ ਉਹਦੇ ਨਾਲ ਸੰਬੰਧਿਤ ਹੈ। ਇਸ ਖੇਤਰ ਵਿੱਚ ਅੰਬਾਨੀ ਅਤੇ ਅਡਾਨੀ ਦੀ ਮੋਨੋਪੋਲੀ ਏਕਾਧਿਕਾਰ ਸਥਾਪਿਤ ਕਰਨ ਲਈ ਸਰਕਾਰ ਨੇ ਜਾਣਬੁੱਝ ਕੇ ਯੋਜਨਾਬੱਧ ਤਰੀਕੇ ਦੇ ਨਾਲ FCI ਨੂੰ ਤਬਾਹ ਕਰਨਾ ਸ਼ੁਰੂ ਕੀਤਾ। ਸੋ ਆਪਣੀ ਹੀ ਸਰਕਾਰ ਦੇ ਮੋਹਰੀਆਂ ਤੋਂ ਨਿਸ਼ਾਨੇ ਹਟਾ ਕੇ ਹੁਣ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਨਵਜੋਤ ਸਿੰਘ ਸਿੱਧੂ ਵੱਲੋਂ। ਕੀ ਇਸ ਗੱਲ ਦੇ ਮਾਇਨੇ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਕੈਪਟਨ ਅਮਰਿੰਦਰ ਦੇ ਨਾਲ ਕਦਮ ਤੇ ਕਦਮ ਰਲਾ ਕੇ ਤੁਰਨ ਨੂੰ ਤਿਆਰ ਨੇ ਕਿ ਆਪਸੀ ਕਲੇਸ਼ ਖਤਮ ਹੋ ਗਿਆ ਜਾਂ ਫਿਰ ਇਹ ਹਾਲੇ ਸਮੇਂ ਦੀ ਚੁੱਪ ਹੈ। ਆਉਣ ਵਾਲੇ ਸਮੇਂ ਦੇ ਵਿੱਚ ਰੁੱਖ ਫਿਰ ਤਿੱਖਾ ਅਖਤਿਆਰ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ। ਦਿਓ ਵਿਚਾਰ, ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।